ਸਤਿ ਸ਼੍ਰੀ ਅਕਾਲ। ਲਿਵਿੰਗ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ। ਮੈਂ ਹਾਂ ਆਸ਼ੀਸ਼ ਗੁਪਤਾ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਬਿਗ ਬੁਲੇਟਿਨ। ਸਭ ਤੋਂ ਪਹਿਲਾਂ ਗੱਲ ਹੋਵੇਗੀ ਸੜਕਾਂ ਤੋਂ ਲੈ ਕੇ ਸਦਨ ਤੱਕ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੋਏ ਹੰਗਾਮੇ ਦੀ। ਗੱਲ ਹੋਵੇਗੀ ਬੀਜੇਪੀ ਬਨਾਮ ਕਾਂਗਰਸ ਦੀ। ਗੱਲ ਹੋਵੇਗੀ ਪ੍ਰਦਰਸ਼ਨ ਬਨਾਮ ਪ੍ਰਦਰਸ਼ਨ ਅਤੇ ਸਿਆਸੀ ਟੈਂਸ਼ਨ ਦੀ। ਜੀ ਹਾਂ, ਨੀਟ ਪੇਪਰ ਲੀਕ ਦੇ ਮਸਲੇ ਤੇ ਸ਼ੁਰੂ ਹੋਈ ਬੀਜੇਪੀ ਬਨਾਮ ਕਾਂਗਰਸ ਦੀ ਜੰਗ ਹੁਣ ਹੋਰ ਭਖਦੀ ਨਜ਼ਰ ਆ ਰਹੀ ਹੈ। ਆਲਮ है कि माहौल अजिहा तनावपूर्ण कि बीजेपी वालों जिथे राहुल गांधी वालों पीएम रिहाइश नजदीक जो प्रदर्शन किया गया उसनूं लैके जबरदस्त हल्ला बोलिया गया अते इल्जाम सिक्योरिटी ब्रीच दे लाए गए। तो दूजे पासे राहुल गांधी अते कांग्रेस दे तमाम लीडरां ने देश भर च बीजेपी खिलाफ जबरदस्त प्रदर्शन किया अते मंग इक्को ही रही, नीट पेपर लीक मामले च केंद्रीय सिक्ख्या मंत्री अस्तीफा दे। सदन तो सड़कों तक हंगामा, सियासी खड़का, स्टूडेंट्स का मसला, सियासी हल्ला। प्रदर्शन बनाम प्रदर्शन, सियासी टेंशन। नीट पेपर लीक, सियासत ऑन पीक। पूरा हंगामा, जोरदार प्रदर्शन, जबरदस्त नारेबाजी ते जबरदस्त तकरार दा माहौल पूरे मुल्क भर दे विच रहा। बिहार तो छत्तीसगढ़, छत्तीसगढ़ तो दिल्ली, दिल्ली तो पंजाब तक नीट पेपर लीक नूं लैके लगी सियासी अग दीआं लपटां पूरे मुल्क भर दे विच सड़कां ते नजर आई, जिस दीआं गवाही दिंदियां ये तस्वीरां ने वक्खो-वक्ख सूबियां दीआं, वक्खो-वक्ख शहरां दीआं जो आप मुहारे गवाही दे रहीआं ने कि हुण नीट पेपर लीक दे मसले ते शुरू हुई बीजेपी बनाम कांग्रेस दी जंग हुण होर भखदी नजर आ रही है। आलम है कि माहौल अजिहा तनावपूर्ण है कि बीजेपी दे वल्लों जिथे राहुल गांधी दे वल्लों पीएम रिहाइश नजदीक कीते प्रदर्शन दे खिलाफ जबरदस्त हल्ला बोल इल्जाम लाए गए ने कि राहुल गांधी ने पीएम प्रोटोकॉल की सुरक्षा दे विच कोताही कीती, जबकि कांग्रेस दे वल्लों नीट पेपर लीक नूं लैके केंद्रीय सिक्ख्या मंत्री धर्मेंद्र प्रधान दे अस्तीफे दी मंग नूं लैके आवाज बुलंद कीती गई। ਹੁਣ ਆ ਕੇ ਤੇ ਰੌਲਾ ਪਾਉਣ ਆ ਗਿਆ, ਹੋਰ ਗੱਲ ਕੋਈ ਨਹੀਂ। ਇਹਦੇ ਵਿੱਚ ਬੱਚਿਆਂ ਦੇ ਸਿਰ ਤੇ ਕੱਲ ਇਹਦਾ ਰੌਲਾ ਪਾਇਆ, ਪ੍ਰਧਾਨ ਮੰਤਰੀ ਸਾਹਿਬ ਨੇ ਇਨਕੁਆਇਰੀ ਉਠਾਤੀ, 13 ਆਦਮੀ ਗ੍ਰਿਫਤਾਰ ਹੋ ਚੁੱਕੇ ਆ, ਕੋਈ ਕੰਮ ਨਹੀਂ। ਦੇਖੋ ਇਹ ਗੱਲਾਂ ਨੇ 2004 ਤੋਂ ਲੈ ਕੇ 2014 ਤੱਕ ਜਦੋਂ ਸਰਕਾਰ ਸੀ 10 ਤੋਂ ਵੱਧ ਇਸ ਤਰ੍ਹਾਂ ਦੇ ਕੇਸ ਹੋਏ ਨੇ ਜਿਸ ਪੇਪਰ ਵੀ ਲੀਕ ਹੋਏ ਆ, ਨਕਲਾਂ ਵੀ ਵੱਜੀਆਂ ਨੇ। ਉਦੋਂ ਕਿੱਥੇ ਸੀ ਇਹ? ਸਾਡੇ ਕੋਲ ਵੀਡੀਓਜ਼ ਨੇ, ਸਾਡੇ ਕੋਲ ਸਭ ਕੁਝ ਆ। ਹੁਣ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦਾ ਦੇਸ਼ ਦੇ ਵਿੱਚ ਤਰੱਕੀ ਹੋ ਰਹੀ ਆ, ਸਾਰਾ ਕੰਮ ਵਧੀਆ ਹੋ ਰਿਹਾ, ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ, ਹੋਰ ਗੱਲ ਕੋਈ ਨਹੀਂ। ਹੁਣ ਇਹਨੇ ਕੱਲ ਦੱਸੋ ਰਾਜਾ ਆਪਣੀ ਕੱਲ ਚੀਕਾ ਮਾਰ ਰਿਹਾ ਸੀ ਫਰੀਦਕੋਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਦੋਂ ਪੇਪਰ ਲੀਕ ਹੋਇਆ ਆਰਐਸਸੀ ਦਾ, ਉੱਥੇ ਕੋਈ ਰੌਲਾ ਪਾਇਆ ਉਹਨੇ, ਉੱਥੇ ਆ ਕੇ ਕੋਈ ਲੰਮਾ ਪੈ ਗਿਆ। ਉਹ ਸਿਰਫ ਡਰਾਮੇਬਾਜ਼ ਇੱਕ ਚਮਚਾ ਹੈਗਾ ਉਹ ਰਾਹੁਲ गांधी ਦਾ, ਹੋਰ ਗੱਲ ਕੋਈ नहीं है। जिस तरीके से ये पेपर लीक का मामला रुक ही नहीं रहा है, उसके ऊपर लोगों को, बच्चों को इंसाफ तो मिलना ही चाहिए। हमारी मांग है कि धर्मेंद्र इस्तीफा दें और आगे की कार्रवाई संसद में शुरू हो। काबिले गौर है कि कांग्रेस आगू राहुल गांधी ने नीट पेपर लीक ਅਤੇ ਹੋਰ ਭਰਤੀ ਪ੍ਰੀਖਿਆ ਦੇ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਪੇਪਰ ਲੀਕ ਦੇ ਕਾਰਨ ਵਿਦਿਆਰਥੀਆਂ ਦਾ ਪ੍ਰੀਖਿਆ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ। ਰਾਹੁਲ ਗਾਂਧੀ ਨੇ ਦਲੀਲ ਦਿੱਤੀ ਕਿ ਇਸ ਦੀ ਨੈਤਿਕ ਜ਼ਿੰਮੇਵਾਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਬਣਦੀ ਹੈ, ਇਸ ਲਈ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣਨ ਦੀ ਬਜਾਏ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੇ ਵਿੱਚ ਲੱਗੀ ਹੋਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਾਂਗਰਸ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਵਿਦਿਆਰਥੀਆਂ ਦੇ ਮੁੱਦੇ ਤੇ ਸਿਆਸਤ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਪੇਪਰ ਲੀਕ ਮਾਮਲਿਆਂ ਦੇ ਵਿੱਚ ਜਾਂਚ ਕਰਵਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਵਿਦਿਆਰਥੀਆਂ ਨੂੰ ਸਿਆਸੀ ਮਕਸਦ ਦੇ ਲਈ ਵਰਤ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਪੇਪਰ ਲੀਕ ਦੇ
ਕਾਰਨ ਪ੍ਰਭਾਵਿਤ ਹੋਏ ਨੇ, ਪਰ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੀ ਬਜਾਏ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਆਗੂਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਹਿਰਾਸਤ ਦੇ ਵਿੱਚ ਲੈਣਾ ਲੋਕਤੰਤਰੀ ਹੱਕਾਂ ਨੂੰ ਦਬਾਉਣ ਦੇ ਬਰਾਬਰ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਇਸ ਮੁੱਦੇ ਦਾ ਸਿਆਸੀ ਲਾਭ ਲੈਣਾ ਚਾਹੁੰਦੀ ਹੈ। ਪਾਰਟੀ ਦੇ ਅਨੁਸਾਰ ਸਰਕਾਰ ਪੇਪਰ ਲੀਕ ਮਾਮਲਿਆਂ ਦੀ ਜਾਂਚ ਕਰਵਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ कार्रवाई जारी है। भाजपा का दोष है कि कांग्रेस का मकसद समस्या का हल लभना नहीं है, सगों विरोध प्रदर्शनों के राही सियासी माहौल बनाना और अराजकता फैलाना है। नीट पेपर लीक ते प्रीख्या प्रणाली नूं लैके केंद्र सरकार ते कांग्रेस आमो सामने ने। एक पासे कांग्रेस सिक्ख्या मंत्री दे अस्तीफे ते जवाबदेही की मांग कर रही है, जबकि दूजे पासे भाजपा का कहना है कि सरकार मामले दे विच कार्रवाई कर रही है और विरोधी धिर इस मुद्दे का सियासीकरण कर रही है। इसे कारण यह विवाद सड़कों तो लैके संसद तक पहुंच गया है। बहरहाल हुण यह मसला ठंडे बस्ते नहीं पै रहा अते हुण नीट पेपर लीक ते सियासत ऑन पीक है। सवालों की भरमार है ते लड़ाई आर पार है। ब्यूरो रिपोर्ट, लिविंग इंडिया न्यूज़। तो उधर नीट पेपर लीक मामले ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਅਤੇ ਫਿਰ ਲੰਘੇ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉੱਤੇ ਹੋਈ ਪੁਲਿਸ ਕਾਰਵਾਈ ਨੇ ਦੇਸ਼ ਦੀ ਰਾਜਨੀਤੀ 'ਚ ਉਬਾਲ ਲਿਆ ਦਿੱਤਾ ਹੈ ਅਤੇ ਹੁਣ ਰਾਹੁਲ ਗਾਂਧੀ ਦੀ ਦਲੀਲ ਹੈ ਕਿ 10 ਸਾਲਾਂ 'ਚ 152 ਪੇਪਰ ਲੀਕ ਹੋਏ ਨੇ। ਇਹੀ ਨਹੀਂ, ਰਾਹੁਲ ਗਾਂਧੀ ਨੇ ਕੇਂਦਰ ਸਾਹਮਣੇ 3 ਅਹਿਮ ਮੰਗਾਂ ਰੱਖੀਆਂ ਨੇ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਅਸਤੀਫਾ, ਦੂਜਾ ਪੀਐਮ ਮੋਦੀ ਮਾਫੀ ਮੰਗਣ ਇਹ ਸ਼ਾਮਿਲ ਨੇ। जो हमारा एजुकेशन सिस्टम है कि 152 पेपर लीक हुए हैं पिछले 10 साल में। सच्चाई नहीं है कि ये 300 भी हो सकता है, क्योंकि बहुत सारी बार पेपर लीक हो गया किसी को पता नहीं लगा होगा, वो भी हो सकता है। बट जो हमें मालूम है 152 152 40 लाख रुपए जिनके पास है, 50 लाख रुपए जिनके पास है, वो पेपर खरीद सकते हैं। आपकी ईमानदारी का, आपकी मेहनत का कोई मतलब नहीं है। ऊपर 152 बार पिछले 10 साल में भी यह बताया गया है। पेपर लीक होता है, 7.5 करोड़ युवाओं का नुकसान होता है, मगर पिछले 10 साल में एक भी कंविक्शन नहीं हुआ। एक नीट एग्जाम के लिए जो स्टूडेंट्स एग्जाम लेते हैं और उनके परिवार उतना पैसा देते हैं। आप सोचिए, स्टेशन टैक्स लेती है, जीएसटी, इनकम टैक्स सारा लेती है, और फिर कहती है देखिए ये तो पूरा टैक्स हमने लिया है आपसे, इससे हम 1.4 लाख करोड़ रुपए शिक्षा में डालेंगे। जो इस पूरे सिस्टम को चलाते हैं उनको स्टूडेंट से अपोलोजाइज करना चाहिए रिस्पेक्टफुली कि गलती हो गई, जो हुआ वो नहीं होना चाहिए था, आप लोगों को चोट लगी है, हम अपनी गलती मांगते हैं, कोई बड़ी बात नहीं। इज द मिस्टर धर्मेंद्र प्रधान हु इज फेल्ड एज एन एजुकेशन मिनिस्टर, हु इज नोन टू बी करप्ट, should be relieved of his duties. 100% legitimate demand, nothing wrong with it. He has shown India and the world that he is incapable of running the system. ਤਾਂ ਹੁਣ ਗੱਲ ਕਰਾਂਗੇ ਉਹਨਾਂ ਨੌਜਵਾਨਾਂ ਦੀ ਜੋ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ। ਸਿਸਟਮ ਖਿਲਾਫ ਆਵਾਜ਼ ਸਿਰਫ ਉਹ ਬਜ਼ੁਰਗ ਨਹੀਂ ਚੁੱਕ ਰਹੇ, ਜੈਨਜ਼ੀ ਨਹੀਂ, ਬਜ਼ੁਰਗ ਵੀ ਚੁੱਕ ਰਹੇ ਨੇ। ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਪੂਰੇ ਤਰੀਕੇ ਨਾਲ ਨੌਜਵਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਗ ਸਿਰਫ ਇੱਕੋ ਹੀ ਹੈ, ਸਿੱਖਿਆ ਮੰਤਰੀ ਅਸਤੀਫਾ ਦੇ। जुलाई का दिन जो सिस्टम के खिलाफ लड़ रहे विद्यार्थियों ते बेरहमी दे नाल लाठी चार्ज किया गया, अथरू गैस के गोले दागे गए, शांतपूर्ण ढंग धरने दे रहे नौजवानों नूं भजा दिता गया। शायद उस वेले प्रशासन ने सोचा कि नौजवानों की आवाज नहीं उठेगी, पर अजिहा नहीं होया। 33वें दिन भी जंतर मंतर ते प्रदर्शन किया जा रहा है,
ਜੰਤਰ ਮੰਤਰ ਤੇ ਧਰਨਾ ਜਾਰੀ, ਪਹਿਲਾਂ ਨਾਲੋਂ ਗਿਣਤੀ ਵੀ ਵਧੀ ਹੈ। ਤੀਜੇ ਦਿਨ ਵੀ ਸੰਸਦ ਦੀ ਕਾਰਵਾਈ ਨਹੀਂ ਚੱਲ ਸਕੀ। ਕੇਂਦਰ ਦੇ ਵੱਲੋਂ ਸੰਸਦ ਦੇ ਵਿੱਚ ਪੇਪਰ ਲੀਕ ਮਾਮਲੇ ਤੇ ਚਰਚਾ ਦੀ ਪੇਸ਼ਕਸ਼ ਹੋਈ। ਕਾਂਗਰਸ ਨੇ ਚਰਚਾ ਤੋਂ ਪਹਿਲਾਂ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ। ਸੰਸਦ ਦੇ ਬਾਹਰ ਵਿਰੋਧੀ ਧਿਰਾਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ। ਕੇਜਰੀਵਾਲ ਨੇ ਉद्धਵ ਠਾਕਰੇ ਦੇ ਨਾਲ ਮੁਲਾਕਾਤ ਕੀਤੀ ਅਤੇ ਰਾਜੀਵ ਚੌਕ ਸਮੇਤ 16 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। 20 ਜੁਲਾਈ ਨੂੰ ਪ੍ਰਦਰਸ਼ਨ ਕਰਨ ਵਾਲਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ। ਜਵਾਨਾਂ ਤੇ ਹਮਲਾ ਕਰਨ ਅਤੇ ਸਰਕਾਰੀ ਸੰਪत्ति ਦੀ ਭੰਨਤੋੜ ਦੇ ਤਹਿਤ ਵੀ ਪਰਚੇ ਦਰਜ ਕੀਤੇ ਗਏ ਨੇ। ਹਾਲਾਂਕਿ ਹੁਣ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਸਿਰਫ ਨੌਜਵਾਨ ਹੀ ਨਹੀਂ, ਵਿਰੋਧੀ ਧਿਰਾਂ ਵੀ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਰਹੀਆਂ ਨੇ। ਦੂਜੇ ਪਾਸੇ ਮੋਦੀ ਸਰਕਾਰ ਨੂੰ ਝੁਕਾਉਣ ਦੀ ਪੂਰੀ ਤਰ੍ਹਾਂ ਨੌਜਵਾਨ ਤਿਆਰੀ ਕਰ ਚੁੱਕੇ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨਾ ਸਿਰਫ ਨੌਜਵਾਨ ਬਲਕਿ ਸਿਆਸੀ ਪਾਰਟੀਆਂ ਵੀ ਕਰ ਰਹੀਆਂ ਨੇ। ਉੱਥੇ ਕੇਂਦਰ ਦੇ ਵੱਲੋਂ ਨੌਜਵਾਨਾਂ ਨੂੰ ਗੱਲਬਾਤ ਕਰਨ ਦੇ ਲਈ ਪੇਸ਼ਕਸ਼ ਭੇਜੀ ਗਈ ਸੀ, ਪਰ ਕਾਂਗਰਸ ਜਨਤਾ ਪਾਰਟੀ ਨੇ ਸਰਕਾਰ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਗੱਲ ਉੱਥੇ ਧਰਮਿੰਦਰ ਪ੍ਰਧਾਨ ਦੇ ਸਿਆਸੀ ਕਰੀਅਰ ਦੀ ਕਰੀਏ ਤਾਂ ਸਾਲ 2014 ਤੋਂ ਧਰਮਿੰਦਰ ਪ੍ਰਧਾਨ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬਣੇ ਰਹੇ ਨੇ। 2014 ਤੋਂ 21 ਤੱਕ ਪੈਟਰੋਲੀਅਮ ਮੰਤਰੀ ਰਹੇ ਅਤੇ 2021 ਤੋਂ ਹੁਣ ਤੱਕ ਸਿੱਖਿਆ ਮੰਤਰੀ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਬੀਜੇਪੀ ਦੇ ਵਿੱਚ ਚੰਗਾ ਹੋਲਡ ਰੱਖਦੇ ਨੇ ਅਤੇ ਮਜ਼ਬੂਤ ਸੰਗਠਨ ਦੇ ਕਰਕੇ ਉਹਨਾਂ ਦਾ ਨਾਮ ਬੀਜੇਪੀ ਦੇ ਵਿੱਚ ਉੱਭਰ ਕੇ ਆਉਂਦਾ ਹੈ। ਸਿੱਖਿਆ ਮੰਤਰੀ ਧਰਮਿੰਦਰ ਜਿੱਥੇ ਵੀ ਪ੍ਰਧਾਨ ਜਾਂ ਇੰਚਾਰਜ ਬਣੇ, ਬੀਜੇਪੀ ਨੇ ਉੱਥੇ ਜਿੱਤ ਹਾਸਲ ਕੀਤੀ। ਬਿਹਾਰ ਦੇ ਵਿੱਚ 2025 ਚ ਪਹਿਲੀ ਵਾਰ ਐਨਡੀਏ ਦੀ ਜਿੱਤ ਹੋਈ। ਹਰਿਆਣਾ ਦੇ ਵਿੱਚ 2024 ਚ ਲਗਾਤਾਰ ਤੀਜੀ ਵਾਰ ਜਿੱਤ ਹੋਈ। ਉੱਤਰ ਪ੍ਰਦੇਸ਼ ਦੇ ਵਿੱਚ 2022 ਚ ਲਗਾਤਾਰ ਦੂਜੀ ਜਿੱਤ ਹੋਈ। ਅਸਮ ਦੇ ਵਿੱਚ 2017 ਚ ਪਹਿਲੀ ਵਾਰ ਬੀਜੇਪੀ ਦਾ ਸੀਐਮ ਬਣਿਆ। ਝਾਰਖੰਡ ਦੇ ਵਿੱਚ 2014 ਚ ਪਹਿਲੀ ਵਾਰ ਬੀਜੇਪੀ ਦਾ ਸੀਐਮ ਬਣਿਆ। ਬਿਹਾਰ ਲੋਕ ਸਭਾ 2014 ਦੇ ਵਿੱਚ ਵੀ ਜਿੱਤ ਹਾਸਲ ਕੀਤੀ ਗਈ। ਧਰਮਿੰਦਰ ਪ੍ਰਧਾਨ ਬੀਜੇਪੀ ਦੇ ਵਿੱਚ ਇਸ ਸਮੇਂ ਚੰਗਾ ਹੋਲਡ ਰੱਖਦੇ ਨੇ, ਇਸ ਲਈ ਕੇਂਦਰ ਸਰਕਾਰ ਦੇ ਲਈ ਵੀ ਉਹਨਾਂ ਨੂੰ ਅਹੁਦੇ ਤੋਂ ਹਟਾਉਣਾ ਆਸਾਨ ਨਹੀਂ ਹੋਵੇਗਾ। ਉੱਥੇ ਸੌਰਵ ਦਾਸ ਨੇ ਕਿਹਾ ਕਿ ਉਹ ਗੱਲਬਾਤ ਲਈ ਕਿਸੇ ਦੇ ਘਰ ਜਾਂ ਦਫ਼ਤਰ ਨਹੀਂ ਜਾਣਗੇ। ਉਹਨਾਂ ਨੇ ਆਖਿਆ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਜੰਤਰ ਮੰਤਰ ਤੇ ਆਉਣਾ ਚਾਹੀਦਾ ਹੈ ਜਾਂ ਨੇੜੇ ਤੇੜੇ ਕਿਤੇ मीटिंग की जावे। देखिए, आज सुबह फिर से पुलिस वाले हम लोगों के पास रीच आउट किया। उन लोगों ने बोला कि जेपी नड्डा जी हम लोगों से बात करना चाह रहे हैं, तो उनके घर बुलाया। हमने सरासर मना कर दिया कि हम लोग किसी के घर नहीं जा रहे, हम लोग किसी के ऑफिस नहीं जाएंगे। जनता का दरबार यहाँ लगा हुआ है, जनता के बीच आना चाहिए मिनिस्टर्स को। अगर उनको बात करनी है तो बातचीत जंतर मंतर पे होगी। लेकिन हम पढ़े लिखे लोग हैं, तो हम लोगों ने सोचा कि अगर उनको डर है कि यहाँ पे कोई सिक्योरिटी सिचुएशन हो जाए तो इससे कोई न्यूट्रल करके हम लोग मिल सकते हैं। अभी उनसे सुनना बाकी है। दूसरी बात कि ये ज़रूरी है कि सरकार का मंशा हो हमारे। हम लोग बेफिजूल वाली बातें करने के लिए हम लोग के पास वक्त नहीं है, बहुत कीमती समय है। हज़ारों की संख्या में लोग अभी भी यहाँ पे डटे हुए हैं, पूरा प्रोटेस्ट चल रहा है, तो उसको भी संभालना है। वो तो सरकार ही बताए, सरकार को पूछना चाहिए आप लोगों की मंशा है या नहीं। मंशा क्यों नहीं होनी चाहिए? यहाँ पे इतने दिनों से लोग बैठे हुए, इतने लाखों की संख्या में लोग आ गए थे 20 तारीख को। कल भी हज़ारों की संख्या में, मुझे लगता है भीड़ तो 40-50 हज़ार की होगी पूरे न्यू दिल्ली डिस्ट्रिक्ट में। एंड पूरे देश भर में ये प्रोटेस्ट हो रहा है। मतलब कि मीडिया को भी दिखाना चाहिए कि गोवा में, गोंडा में, मुंबई में, हर जगह ये प्रोटेस्ट हो रहा है। जयपुर में, सब जगह ये प्रोटेस्ट हो रहा है, ऑर्गेनिकली हो रहा है। तो सरकार को बताना चाहिए कि मंशा है या नहीं। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਨੇ ਕਿਹਾ ਕਿ ਵਿਦਿਆਰਥੀਆਂ ਤੇ ਲਾਠੀ ਚਾਰਜ ਕਰਨ ਮਗਰੋਂ ਦਿੱਲੀ ਪੁਲਿਸ ਨੂੰ ਉਹਨਾਂ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦੀ ਸਲਾਹ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਨਾਲ ਹੀ ਇਲਜ਼ਾਮ ਲਾਇਆ ਕਿ ਪੁਲਿਸ ਨੇ ਵਿਦਿਆਰਥੀਆਂ ਦੇ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਅਤੇ ਹੁਣ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਧਰਨੇ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਵਿੱਚ ਪੇਪਰ ਲੀਕ ਲਗਾਤਾਰ ਹੋ ਰਹੇ ਨੇ ਅਤੇ ਪ੍ਰੀਖਿਆ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ है। युवाओं का आंदोलन चल रहा है पूरे देश भर में। दिल्ली में जंतर मंतर पे जो आंदोलन चल रहा है, पूरे देश के युवा इस समय बहुत व्यथित हैं, बहुत गुस्से में हैं, बहुत रोष में हैं। उसको लेके काफ़ी विस्तार में चर्चा हुई। कल दिन में जंतर मंतर मैं गया था, रात को उद्धव ठाकरे जी गए थे और वहाँ पे लोगों से मिल के आए, उनके नेतृत्व से मिल के आए। हमारी सरकार से हम सब लोगों की यही मांग है कि ये हमारे देश के बच्चे हैं, हमारे देश का भविष्य हैं। ये सब लोग 18 से 25-30 साल की उम्र के बच्चे हैं जो अपना अपना घर छोड़ के और यहाँ पे आंदोलन करने के लिए आए हुए हैं। मैंने कल सोशल मीडिया पे देखा, मध्य प्रदेश का एक बच्चा आया हुआ था, उसने अपने बैग से एक टिफ़िन निकाला और उस टिफ़िन में कुछ मूंगफली के दाने थे, एक प्याज का टुकड़ा था और एक अचार था। उसको लेके वो मध्य प्रदेश से यहाँ पे पहुँचा हुआ है। एमएससी का छात्र था। किस जज्बे के साथ लोग पूरे देश भर से दिल्ली पहुँच रहे हैं।
रात रात भर वो कल पूरा कनॉट प्लेस रात में भरा हुआ था, पूरा जनपथ भरा हुआ था, जंतर मंतर भरा हुआ था। लोग खूब वहाँ पे अलग अलग राज्यों से पहुँच रहे थे। तो हमारा सरकार से ये कहना है कि पेपर लीक हो रहे हैं, इवैल्यूएशन सिस्टम्स गड़बड़ा रहे हैं, बहुत बड़े रैकेट चल रहे हैं शिक्षा व्यवस्था के अंदर और एग्जामिनेशन सिस्टम में। इसको ठीक करने की जिम्मेदारी सरकार की थी। सरकार अपना काम नहीं कर पाई, सरकार फेल हो गई। अब जब लोगों ने शिकायत की सरकार से तो जनता को अपना उसका समाधान नहीं मिला। जब समाधान नहीं मिला तो लोग सड़कों पे उतरे, और जब सड़कों पे उतरे तो उन पे लाठीचार्ज कराया गया और बर्बरता से उनको मारा गया। ये सही नहीं है। ਫਿਲਹਾਲ ਨੌਜਵਾਨ ਧਰਨੇ ਤੋਂ ਪਿੱਛੇ ਹਟਣ ਦੇ ਮੂਡ ਦੇ ਵਿੱਚ ਨਹੀਂ, ਮੀਟਿੰਗ ਦੇ ਸੱਦੇ ਦਿੱਤੇ ਜਾ ਰਹੇ ਨੇ, ਪਰ ਮਸਲਾ ਹੱਲ ਨਹੀਂ ਹੋ ਰਿਹਾ। ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਪ੍ਰਦਰਸ਼ਨ ਚੱਲਦਾ ਰਹਿੰਦਾ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। तो उधर सिर्फ सड़कों तक नहीं, राज्यसभा तो लेके लोकसभा तक ये मुद्दा गरमाया रहा। बेशक सवाल मोदी सरकार तो पूछा जा रहा है, पर सवाल आखिरकार कदों लोगों को अपने हकों लिए सड़कों ते उतरना पै रहा है। फिलहाल इस मामले च कांग्रेस ते बीजेपी आमो सामने नजर आ रही है। राज्यसभा तो लेके लोकसभा तक हंगामा, कांग्रेस ते बीजेपी आमो सामने। विद्यार्थियों नूं कौन दवाएगा इंसाफ? नीट पेपर लीक ली कौन जिम्मेवार? बच्चों के भविख ते हो रही सियासत। संसद के मॉनसून सैशन के दौरान विरोधी धिर ते काकरोच जनता पार्टी के समर्थकों विरुद्ध पुलिस कार्रवाई ते हंगामा होया। हंगामे तो बाद लोकसभा ते राज्यसभा नूं वीरवार सवेरे 11 बजे तक मुलतवी कर दिता गया है। मल्लिकार्जुन खड़गे ने राज्यसभा दे विच बीजेपी नूं घेरिया ते नौजवानां ते होए लाठीचार्ज की निंदा की। नाल ही कहा कि सिक्ख्या मंत्री धर्मेंद्र प्रधान के इस्तीफे देने तो बाद ही नीट पेपर लीक मुद्दे ते चर्चा चाहुंदे ने। कांग्रेस ने गंभीर मुद्दਿਆਂ ਤੇ बीजेपी ਨੂੰ ਘੇਰਿਆ ਤਾਂ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਲੋਕ ਸਭਾ ਦੇ ਵਿੱਚ ਕਿਹਾ ਸਰਕਾਰ ਪਿਛਲੇ 3 ਦਿਨਾਂ ਤੋਂ नीट पेपर लीक मुद्दे ते लगातार चर्चा की पेशकश कर रही है, पर विरोधी धिर इस मुद्दे ते राजनीति कर रही है। हमने पहले की सरकार कोई भी मुद्दे देश हित में और युवाओं के हित में जो भी आता है चर्चा के लिए हमेशा तैयार है, लेकिन उसके लिए किस नियम के तहत चर्चा करना है वो तो तय करना पड़ेगा। पार्लियामेंट के अंदर में चर्चा करने के लिए एक सिस्टम बनाया हुआ है। अब सीधा सड़क पे उतर जाते हो और हंगामा कर, चर्चा सार्थक होना चाहिए, नियम के तहत पॉजिटिव डिस्कशन होना चाहिए। और सरकार चाहते हैं एग्जाम पेपर पे पूरा चर्चा हो करके, और उसमें क्या क्या कदम सरकार ने उठाया है ये भी देश के सामने में जाना चाहिए। और रूल्स 267 के तहत यहाँ पर बहस करना चाहते हैं, उसके लिए अगर फेयर डिस्कशन होना है तो शिक्षा मंत्री पहले राजीनामा देना चाहिए। धन्यवाद। जब वो राजीनामा नहीं देंगे निष्पक्षपात चर्चा यहाँ नहीं होगी। इसीलिए अगर निष्पक्षपात चर्चा होना तो मैं रिक्वेस्ट करता हूँ गवर्नमेंट को वो रिजिग्नेशन दिलाओ, चर्चा शुरू करेंगे। 267 के तहत हम शिक्षा चर्चा शुरू करेंगे। ये क्या है सर? डेमोक्रेसी है। बच्चों को कुचल रहे, मार रहे, पीट रहे, रास्ते में फंसे रहे। विरोधी पार्टियां 20 जुलाई ਦੇ संसद मार्च ਦੇ ਦੌਰਾਨ पेपर लीक ਅਤੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਵਿਰੋਧ ਕਰ ਰਹੀਆਂ ਨੇ। ਹਾਲਾਂਕਿ ਦਿੱਲੀ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਗੰਭੀਰ ਚਿੰਤਾ ਦਾ ਵਿਸ਼ਾ ਨੇ। ਵਿਦਿਆਰਥੀ ਆਪਣੀ ਹੱਕਾਂ ਲਈ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਨੇ ਅਤੇ ਇਸ ਪੂਰੇ ਮਾਮਲੇ ਦੇ ਉੱਪਰ ਸਿਆਸਤ ਪੱਖ ਦੀ ਦੇਸ਼ ਦੀ ਨਜ਼ਰ ਆ ਰਹੀ ਹੈ। एक पासे कांग्रेस ਦੇ ਵੱਲੋਂ बीजेपी ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ, ਦੂਜੇ ਪਾਸੇ बीजेपी ਇਸ ਮੁੱਦੇ ਤੇ ਵਿਰੋਧੀਆਂ ਨੂੰ ਘੇਰਦੀ ਨਜ਼ਰ ਆ ਰਹੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। तो उधर भारत अमरीका व्यापार समझौते कारण मुड़ नवे किसान अंदोलन का धुआं उठन लगा है। आलम है कि पहला शंभू बैरीयर ते ट्रेड डील नूं लैके
ਮਾਹੌਲ ਤਣਾਅਪੂਰਨ ਬਣਿਆ ਤਾਂ ਹੁਣ ਕਿਸਾਨ ਚੰਡੀਗੜ੍ਹ ਦੀ ਸੜਕਾਂ ਤੇ ਨਿੱਤਰ ਆਏ। ਆਲਮ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਘੇਰਨ ਲਈ ਕਿਸਾਨਾਂ ਨੇ ਚੰਡੀਗੜ੍ਹ 'ਚ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ। ट्रेड डील खिलाफ जबरदस्त प्रदर्शन। दिल्ली तो पंजाब सियासी टेंशन। सड़कों ते किसान जारी घमसान। ਤਾਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਕਾਰਨ ਮੁੜ ਨਵੇਂ ਕਿਸਾਨ ਅੰਦੋਲਨ ਦਾ ਧੂਆਂ ਉੱਠਣ ਲੱਗਿਆ ਹੈ। ਆਲਮ ਹੈ ਕਿ ਪਹਿਲਾਂ ਸ਼ੰਭੂ ਬੈਰੀਅਰ ਤੇ ਟ੍ਰੇਡ ਡੀਲ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ। ਹੁਣ ਕਿਸਾਨ ਚੰਡੀਗੜ੍ਹ ਦੀਆਂ ਸੜਕਾਂ ਤੇ ਨਿੱਤਰ ਆਏ। ਆਲਮ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਘੇਰਨ ਲਈ ਕਿਸਾਨਾਂ ਨੇ ਜਿੱਥੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਤੋਂ ਬੀਜੇਪੀ ਦਫ਼ਤਰ ਵੱਲ ਮਾਰਚ ਰਾਹੀਂ ਚਾਲੇ ਪਾਏ, ਉੱਥੇ ਹੀ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਵਿਚਾਲੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਜ਼ਬਰਦਸਤ ਧੱਕਾ ਮੁੱਕੀ ਅਤੇ ਝੜਪ ਵੀ ਹੋਈ। ਇਹ ਪ੍ਰਦਰਸ਼ਨ ਸਾਂਝਾ ਕਿਸਾਨ ਮੋਰਚਾ ਦੇ ਵੱਲੋਂ ਕੀਤਾ ਗਿਆ। ਹਾਲਾਂਕਿ ਜਿਵੇਂ ਹੀ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਤਾਂ ਇਸ ਤੋਂ ਬਾਅਦ ਕਿਸਾਨਾਂ ਨੇ ਕੇਂਦਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮਸਲਾ ਵਾਧਾ ਵੇਖ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਮੌਕੇ ਤੇ ਬੁਲਾ ਕੇ ਕਿਸਾਨਾਂ ਦੇ ਨਾਲ ਮੀਟਿੰਗ ਕਰਵਾਈ ਗਈ, ਜਿਸ ਤੋਂ ਬਾਅਦ ਕਿਸਾਨ ਸ਼ਾਂਤ ਹੋਏ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਬਾਬਤ ਡੀਜੀਪੀ ਦੇ ਨਾਲ ਗੱਲਬਾਤ ਕਰਨਗੇ। ਕਿਸਾਨਾਂ ਨੂੰ 2 ਦਿਨ ਅੰਦਰ ਜਵਾਬ ਦਿੱਤਾ ਜਾਵੇਗਾ। ਇਹ ਸੰਯੁਕਤ ਕਿਸਾਨ ਮੋਰਚੇ ਦੀ ਇੰਡੀਆ ਲੈਵਲ ਤੋਂ ਕਾਲ ਸੀਗੀ ਅੱਜ, ਜਿਹੜੇ ਤਾਂ ਆਪਣੇ ਪੰਜਾਬ ਹੋਰ ਸਟੇਟਾਂ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਨੇ ਉੱਥੇ ਤਾਂ ਜਾ ਕੇ ਟੋਲ ਪਲਾਜ਼ੇ 12 ਤੋਂ ਲੈ ਕੇ 3 ਵਜੇ ਤੱਕ ਫ੍ਰੀ ਕਰਨੇ ਸੀਗੇ। ਉਹ ਤੋਂ ਬਾਅਦ ਜਦ ਚੰਡੀਗੜ੍ਹ ਦੇ ਵਿੱਚ ਕੋਈ ਟੋਲ ਪਲਾਜ਼ਾ ਹੈ ਨਹੀਂ, ਉੱਥੇ ਸਾਨੂੰ ਕਾਲ ਸੀਗੀ ਵੀ ਜਿਹੜੇ ਬੀਜੇਪੀ ਦੇ ਕੋਈ ਵੱਡਾ ਲੀਡਰ ਹੋਵੇ ਜਾਂ ਦਫ਼ਤਰ ਹੋਵੇ, ਉੱਥੇ ਜਿਹੜੀ ਅਮਰੀਕਾ ਭਾਰਤ ਜੋ ਵਪਾਰ ਡੀਲ ਹੋਣ ਜਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਉਹਨਾਂ ਦੇ ਦਫ਼ਤਰ ਜਾ ਕੇ ਆਪਣਾ ਵਿਰੋਧ ਜਤਾਉਣਾ ਹੈ। ਪਰ ਸਾਨੂੰ ਕਿਸਾਨਾਂ ਨੂੰ ਅਸੀਂ ਡਿਟੇਨ ਕਰ ਲਿਆ ਗਿਆ ਕਿਸਾਨ ਭਵਨ ਵਿਖੇ। ਪਰ ਸਾਨੂੰ ਤਾਂ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤੁਸੀਂ ਸਾਨੂੰ ਜਾਣ ਦਿਓ ਜੀ, ਅਸੀਂ ਆਪਾਂ ਉੱਥੇ ਗੱਲ ਕਰ ਲਈਏ ਜਾ ਕੇ ਵੀ ਜਿਹੜੀ ਇੱਥੋਂ ਦੇਖੋ ਚੰਡੀਗੜ੍ਹ ਦੇ ਵਿੱਚ ਮੇਅਰ ਵੀ ਬੀਜੇਪੀ ਦਾ ਹੈ ਅਤੇ ਸਾਰਾ ਗਵਰਨਰ ਵੀ ਸਾਰਾ ਉਹਨਾਂ ਨੂੰ ਗੱਲਬਾਤ ਕਰਕੇ ਅਸੀਂ ਸਾਰੀ ਆਪਣੀ ਗੱਲ ਦੱਸੀਏ, ਸਾਡੀ ਜਿਹੜੀ ਮੰਗਾਂ ਨੇ ਉਹ ਦੱਸ ਸਕੀਏ ਵੀ ਜਿਹੜੀ ਉੱਥੇ ਭਾਰਤ ਸਰਕਾਰ ਹੈ ਉਹ ਜਿਹੜੀ ਸਾਡੀ ਅੱਜ ਦੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਵਾਪਸ ਲਓ। ਦੇਖੋ ਟ੍ਰੇਡ ਡੀਲ ਹੈ ਜੀ, ਜਿਹੜੇ ਭਾਰਤ ਦਾ ਜਿਹੜਾ ਸਮਝੌਤਾ ਹੈ ਕਿਸਾਨਾਂ ਦੇ ਲਈ ਮਾਰੂ ਨੀਤੀ ਹੈ, ਕਿਉਂਕਿ ਜੇਕਰ ਅਮਰੀਕਾ ਨਾਲ ਇਹ ਡੀਲ ਹੋ ਜਾਂਦੀ ਹੈ, ਜਿਹੜਾ ਉੱਥੇ ਦਾ ਅਨਾਜ ਹੈ ਉੱਥੇ ਦੀ ਜਿਹੜੀਆਂ ਕੀਮਤਾਂ ਨੇ ਉਹ ਸਾਡੇ ਜਿਹੜੇ ਭਾਰਤ ਦੇ ਕਿਸਾਨ ਨੇ ਉਹਨਾਂ ਨੂੰ ਬਾਰਾ ਨਹੀਂ ਖਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਅਨਾਜ ਸਮੁੰਦਰਾਂ 'ਚ ਗੇਰਨਾ ਹੁੰਦਾ ਹੈ ਉਹ ਸਸਤੇ ਭਾਅ ਤੇ ਇੰਡੀਆ ਦੇ ਵਿੱਚੋਂ ਕਰ ਦੇਣਾ। ਉਹ ਸਾਡੇ ਜਿਹੜੇ ਇੱਥੇ ਦੀ ਸਾਡੀ ਲੜਾਈ ਹੈ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚਾ ਲੜਦਾ ਆ ਰਿਹਾ ਹੈ ਵੀ ਜਿਹੜੇ ਤੁਹਾਡੇ ਇੱਥੇ ਦੀ ਜਿਹੜੀ ਸਾਡੀ ਕਾਸਟ ਹੈਗੀ ਉਹ ਸਾਨੂੰ ਜਿਹੜੇ ਅਸੀਂ ਪ੍ਰੋਡਕਟ ਪੈਦਾ ਕਰਦੇ ਹਾਂ ਉਹ ਸਾਨੂੰ ਇੱਥੇ ਇਸ ਰੇਟ ਤੇ ਹੀ ਮਤਲਬ ਬਾਰਾ ਨਹੀਂ ਖਾਂਦੇ। ਜਦੋਂ ਸਾਡੀ ਉੱਥੋਂ ਤੋਂ ਸਸਤਾ ਅਨਾਜ ਆ ਜਾਊਗਾ, ਘਟੀਆ ਕਿਸਮ ਦਾ ਅਨਾਜ ਆ ਜਾਊਗਾ, ਤਾਂ ਜਿਹੜੇ ਫਿਰ ਇੱਥੇ ਦੇ ਕਿਸਾਨ ਨੇ ਉਹ ਨੀਤੀ ਹੈ ਉਹ ਬਾਰੇ ਨਹੀਂ ਖਾਣੀ ਸਾਨੂੰ। ਇਸ ਕਰਕੇ ਜਿਹੜੇ ਕਿਸਾਨਾਂ ਲਈ ਮਾਰੋ ਨੀਤੀ ਹੈ। ਜਿਹੜੇ ਉਹਨਾਂ ਦੇ ਕੋਲ ਤਾਂ ਹਜ਼ਾਰ ਏਕੜ ਦੇ ਫਾਰਮ ਹੈ ਜੀ, ਲੱਖਾਂ 'ਚ ਸਬਸਿਡੀਆਂ ਮਿਲਦੀਆਂ। ਸਾਡੇ ਕਿਸਾਨਾਂ ਕੋਲ ਤਾਂ ਇਹ ਵੀ 2.5 ਏਕੜ ਜ਼ਮੀਨ ਬਣਦੀ ਹੈਗੀ, ਜਿਹਦੇ ਨਾਲ ਉਹ ਆਪਣਾ ਵਧੀਆ ਗੁਜ਼ਾਰਾ ਕਰੀ ਜਾਂਦੇ ਆ, ਲੇਕਿਨ ਅੱਗੇ ਨੂੰ ਜੋੜਦੇ ਨਹੀਂ, ਪਿਛਲਾ ਤੋੜਦੇ ਨਹੀਂ। ਉਹਨਾਂ ਦਾ ਕੰਮ ਚੱਲ ਰਿਹਾ। ਜੇ ਆ ਗਏ ਤਾਂ ਸਾਡੀ ਫਸਲ ਵੀ ਰੁੜ ਜਾਏਗੀ, ਸਾਡੇ ਬੱਚੇ ਵੀ ਰੁੜ ਜਾਣਗੇ। ਹੋਰ ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਜਿਹੜਾ ਇੰਨਾ ਜ਼ਿਆਦਾ ਜਨਸੰਖਿਆ ਨੂੰ ਖੇਤੀ ਦੇ ਵਿੱਚ ਇਲਾਵਾ ਖਪਾ ਸਕੇ। ਹੋਰ ਜੇ 140 ਕਰੋੜ ਦੀ ਸਾਡੀ ਜਨਸੰਖਿਆ ਗਈ, ਉਹਦੇ ਵਿੱਚ 70% ਨੂੰ ਖੇਤੀ ਖਪਾਈ ਬੈਠੀ ਹੈ, ਚਾਹੇ ਉਹ ਮੁਨਾਫਾ ਦੇਵੇ ਜਾਂ ਨਾ ਦੇ, ਘੱਟੋ ਘੱਟ ਖਾਣ ਜੋਗਾ ਪ੍ਰਬੰਧ ਹੋ ਰਿਹਾਗਾ। ਹਾਲਾਂਕਿ ਜੇਕਰ ਟ੍ਰੇਡ ਡੀਲ ਤੇ ਨਜ਼ਰ ਮਾਰੀਏ ਤਾਂ ਭਾਰਤ ਅਮਰੀਕਾ ਵਿਚਾਲੇ 500 ਅਰਬ ਡਾਲਰ ਦਾ ਵਪਾਰ ਹੋਵੇਗਾ। ਇਹ ਖਰੀਦ 5 ਸਾਲਾਂ ਤੱਕ ਕੀਤੀ ਜਾਵੇਗੀ। ਭਾਰਤ ਨੂੰ ਆਪਣਾ ਆਯਾਤ 3 ਗੁਣਾ ਵਧਾਉਣਾ ਪਵੇਗਾ। ਫਿਲਹਾਲ ਅਮਰੀਕਾ ਤੋਂ ਸਾਲਾਨਾ 40 ਤੋਂ 42 ਅਰਬ ਡਾਲਰ ਦਾ ਆਯਾਤ ਹੁੰਦਾ ਹੈ। ਸਾਲਾਨਾ ਆਯਾਤ ਦਾ 100 ਅਰਬ ਡਾਲਰ ਤੱਕ ਲੈ ਕੇ ਜਾਣਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਦੇ ਮੁਤਾਬਕ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਭਾਰਤ ਊਰਜਾ, ਤਕਨੀਕ ਅਤੇ ਖੇਤੀਬਾੜੀ ਉਤਪਾਦ ਖਰੀਦੇਗਾ। ਭਾਰਤ ਡਰਾਈਡ ਡਿਸਟਿਲਸ ਗ੍ਰੇਨਸ, ਪਸ਼ੂਆਂ ਦੇ ਚਾਰੇ ਤੇ ਟੈਰਿਫ ਘਟਾਏਗਾ। ਪੀਨਟਸ, ਤਾਜ਼ੇ ਅਤੇ ਪ੍ਰੋਸੈਸਡ ਫਲ, ਸੋਇਆਬੀਨ ਤੇਲ ਤੇ ਵੀ ਟੈਰਿਫ ਘਟਾਇਆ ਜਾਵੇਗਾ। ਟੈਰਿਫ ਘਟਾਉਣ ਦੀ ਸੂਚੀ ਦੇ ਵਿੱਚ ਵਾਈਨ, ਸਪਿਰਿਟਸ ਅਤੇ ਹੋਰ ਉਤਪਾਦ ਸ਼ਾਮਿਲ ਨੇ। ਪਰ ਇਸ ਟ੍ਰੇਡ ਡੀਲ ਤੋਂ ਕਿਸਾਨ ਸਹਿਮਤ ਨਹੀਂ ਅਤੇ ਹੁਣ ਟ੍ਰੇਡ ਡੀਲ ਦੀ ਲੜਾਈ ਆਰ-ਪਾਰ ਹੈ। ਹੁਣ ਕਿਸਾਨ ਪੂਰੇ ਆਰ-ਪਾਰ ਦੇ ਮੂਡ ਦੇ ਵਿੱਚ ਨੇ ਅਤੇ ਅਜਿਹੇ 'ਚ ਮਸਲਾ ਹੋਰ ਭਖਦਾ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਬਿਗ ਗੱਲ ਹੋਵੇਗੀ ਬਲਵੰਤ ਸਿੰਘ ਰਾਜੋਆਣਾ ਦੀ। ਜੇਲ੍ਹ ਦੇ ਅੰਦਰੋਂ ਜਿਨ੍ਹਾਂ ਨੇ ਮੁੜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਚ ਨੂੰ ਇੱਕ ਭਾਵੁਕ ਅਤੇ ਸਖਤ ਲਹਿਜੇ 'ਚ ਚਿੱਠੀ ਲਿਖੀ ਹੈ ਅਤੇ ਇਸ ਚਿੱਠੀ ਨੇ ਨਵਾਂ ਪੰਥਕ ਅਤੇ ਸਿਆਸੀ ਸਫਾਈ ਨਵਾਂ ਭੁਚਾਲ ਲਿਆ ਦਿੱਤਾ ਹੈ। ਆਲਮ ਹੈ ਕਿ ਇਸ ਚਿੱਠੀ 'ਚ ਰਾਜੋਆਣਾ ਨੇ ਆਪਣੀ ਲੰਬਿਤ ਪਈ ਰੈਮ ਪਟੀਸ਼ਨ ਤੇ ਹੋ ਰਹੀ ਦੇਰੀ ਨੂੰ ਲੈ ਕੇ ਡੂੰਘੀ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਬੀਜੇਪੀ ਦੇ तमाम ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਰੱਖੀ ਹੈ। ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ।
रिहाई ते रेड़का सियासी खड़का। क्यों फैसला नहीं ले रही केंद्र सरकार? फैसला ਜਾਂ फांसी ਦੀ ਚੱਕੀ बरकरार? ਤਾਂ ਇਹ ਸਵਾਲ ਇਸ ਲਈ ਕਿਉਂਕਿ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਅਤੇ 14 ਸਾਲਾਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਕੈਦ ਬਲਵਿੰਦਰ ਸਿੰਘ ਰਾਜਵਾਣਾ ਨੇ ਹੁਣ ਮੁੜ ਤੋਂ ਜੇਲ੍ਹ ਅੰਦਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਭਾਵੁਕ ਅਤੇ ਸਖਤ ਲਹਿਜੇ ਦੇ ਵਿੱਚ ਲਿਖੀ ਚਿੱਠੀ ਤੇ ਨਵਾਂ ਪੰਥਕ ਅਤੇ ਸਿਆਸੀ ਸਫਾ ਦੇ ਵਿੱਚ ਨਵਾਂ ਭੁਚਾਲ ਲਿਆ ਦਿੱਤਾ ਹੈ। ਆਲਮ ਇਹ ਹੈ ਕਿ 20 ਜੁਲਾਈ 2026 ਨੂੰ ਲਿਖੀ ਇਸ ਚਿੱਠੀ ਦੇ ਵਿੱਚ ਰਾਜਵਾਣਾ ਨੇ ਆਪਣੀ ਲੰਬਿਤ ਪਈ ਰਹਿਮ ਪਟੀਸ਼ਨ ਤੇ ਹੋ ਰਹੀ ਦੇਰੀ ਨੂੰ ਲੈ ਕੇ ਡੂੰਘੀ ਨਿਰਾਸ਼ਾ ਜ਼ਾਹਿਰ ਕੀਤੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਰਾਜਵਾਣਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਮੈਨੂੰ ਜੇਲ੍ਹ ਦੇ ਵਿੱਚ 31ਵਾਂ ਸਾਲ ਪੂਰਾ ਹੋ ਰਿਹਾ ਹੈ। 31 ਜੁਲਾਈ ਨੂੰ ਫਾਂਸੀ ਦੀ ਚੱਕੀ ਦੇ ਵਿੱਚ 19 ਸਾਲ ਪੂਰੇ ਹੋਣ ਜਾ ਰਹੇ ਨੇ। ਹੁਣ ਤੱਕ ਸੁਪਰੀਮ ਕੋਰਟ ਦੇ ਵਿੱਚ 41 ਤਰੀਕਾਂ ਪੈ ਚੁੱਕੀਆਂ ਨੇ। ਐਸਜੀਪੀਸੀ ਦੀ ਲੀਗਲ ਟੀਮ ਸਾਰੇ ਸੱਚ ਨੂੰ ਜਾਣਦੀ ਹੈ। ਮੌਤ ਦੀ ਸਜ਼ਾ ਨੂੰ ਮੈਂ ਹੱਸ ਕੇ ਸਵੀਕਾਰ ਕੀਤਾ ਹੋਇਆ ਹੈ। ਚੰਡੀਗੜ੍ਹ ਅਦਾਲਤ ਨੇ 31 ਮਾਰਚ 2012 ਨੂੰ ਫਾਂਸੀ ਦੇਣ ਦੇ ਹੁਕਮ ਦਿੱਤੇ ਸਨ। ਮੈਂ ਕਦੇ ਨਹੀਂ ਕਿਹਾ ਕਿ ਮੇਰੀ ਫਾਂਸੀ ਦੀ ਸਜ਼ਾ ਨੂੰ ਰੁਕਵਾਇਆ ਜਾਵੇ। ਨਾ ਹੀ ਐਸਜੀਪੀਸੀ ਨੂੰ ਮੇਰੀ ਫਾਂਸੀ ਦੇ ਖਿਲਾਫ ਕੋਈ ਅਪੀਲ ਕਰਨ ਦੇ ਲਈ ਕਿਹਾ ਸੀ। ਹੁਕਮਰਾਨ ਸਾਡੀਆਂ ਸੰਸਥਾਵਾਂ ਦਾ ਅਪਮਾਨ ਕਰ ਰਹੇ ਨੇ। ਨਾ ਹੀ ਅਪੀਲ ਤੇ ਕੋਈ ਫੈਸਲਾ ਕਰ ਰਹੇ ਨੇ ਤੇ ਨਾ ਹੀ ਮੁਲਾਕਾਤ ਦਾ ਸਮਾਂ ਦੇ ਰਹੇ ਨੇ। ਹੁਣ ਬੀਜੇਪੀ ਦੇ ਲੀਡਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਗੱਲ ਕਹਿ ਰਹੇ ਨੇ। ਬੀਜੇਪੀ ਲੀਡਰ ਸਰਕਾਰੇ ਖਾਲਸਾ ਬਣਾਉਣ ਦਾ ਦਾਅਵਾ ਕਰ ਰਹੇ ਨੇ। ਇਨ੍ਹਾਂ ਬੀਜੇਪੀ ਲੀਡਰਾਂ ਨੂੰ ਤਲਬ ਕੀਤਾ ਜਾਵੇ। ਪੁੱਛਿਆ ਜਾਵੇ ਕਿ 6 ਮਹੀਨਿਆਂ ਦੇ ਵਿੱਚ ਹੋ ਜਾਣ ਵਾਲਾ ਫੈਸਲਾ 15 ਸਾਲਾਂ ਬਾਅਦ ਵੀ ਕਿਉਂ ਨਹੀਂ ਹੋਇਆ। ਇਹ ਵੀ ਪੁੱਛਿਆ ਜਾਵੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨੂੰ ਹੁਣ ਤੱਕ ਮਿਲਣ ਦੇ ਲਈ ਸਮਾਂ ਕਿਉਂ ਨਹੀਂ ਦੇ ਰਹੇ। ਮੈਂ ਇਸ ਮਾਮਲੇ ਦੇ ਵਿੱਚ ਤੁਹਾਡੇ ਤੋਂ ਠੋਸ ਫੈਸਲਾ ਲੈਣ ਦੀ ਉਮੀਦ ਕਰਦਾ ਹਾਂ। ਕਿਤੇ ਇਹ ਨਾ ਹੋਵੇ ਕਿ ਸੁਪਰੀਮ ਕੋਰਟ ਦੇ ਕੋਲ ਪਈਆਂ 41 ਤਰੀਕਾਂ ਦੀ ਤਰ੍ਹਾਂ ਮੇਰੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਲਿਖੀਆਂ ਚਿੱਠੀਆਂ ਦਾ ਇੱਕ ਇਤਿਹਾਸ ਬਣ ਜਾਵੇ। ਇਸ ਲਈ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਤਰਜਮਾਨੀ ਕਰਦਾ ਫੈਸਲਾ ਜਲਦੀ ਤੋਂ ਜਲਦੀ ਲਿਆ ਜਾਵੇ। ਜ਼ਿਕਰੇ ਖਾਸ ਹੈ ਕਿ ਬਲਵੰਤ ਸਿੰਘ ਰਾਜਵਾਣਾ ਪੰਜਾਬ ਦੇ ਸਾਬਕਾ ਅਤੇ ਤਤਕਾਲੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਨੇ। 31 ਅਗਸਤ 1995 ਨੂੰ ਦਿਲਾਵਰ ਸਿੰਘ ਨਾਮ ਦੇ ਇੱਕ ਆਤਮਘਾਤੀ ਹਮਲਾਵਰ ਨੇ ਬਲਵੰਤ ਸਿੰਘ ਰਾਜਵਾਣਾ ਦੇ ਨਾਲ ਮਿਲ ਕੇ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ। ਦਸੰਬਰ 1995 ਦੇ ਵਿੱਚ ਇਸ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਰਾਜਵਾਣਾ ਨੂੰ ਗ੍ਰਿਫਤਾਰ ਕੀਤਾ ਸੀ। ਜਨਵਰੀ 1996 ਦੇ ਵਿੱਚ ਦਰਜ ਆਪਣੇ ਇਕਬਾਲੀਆ ਬਿਆਨ ਦੇ ਵਿੱਚ ਉਹਨਾਂ ਨੇ ਬੇਅੰਤ ਸਿੰਘ ਦੇ ਕਤਲ ਦੇ ਵਿੱਚ ਸ਼ਾਮਿਲ ਹੋਣ ਦੀ ਗੱਲ ਕਬੂਲੀ ਸੀ ਅਤੇ ਕਿਹਾ ਸੀ ਕਿ ਉਹਨਾਂ ਨੇ ਅਤੇ ਦਿਲਾਵਰ ਸਿੰਘ ਨੇ ਬੰਬ ਤਿਆਰ ਕੀਤਾ ਸੀ। ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 27 ਜੁਲਾਈ 2007 ਨੂੰ ਰਾਜਵਾਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਦੌਰਾਨ ਰਾਜਵਾਣਾ ਨੇ ਆਪਣੇ ਮਾਮਲੇ ਦੀ ਪੈਰਵੀ ਕਰਨ ਦੇ ਲਈ ਕੋਈ ਵਕੀਲ ਨਹੀਂ ਰੱਖਿਆ ਅਤੇ ਕਿਸੇ ਵੀ ਪਛਤਾਵੇ ਤੋਂ ਇਨਕਾਰ ਕੀਤਾ, ਜਿਸ ਤੋਂ ਬਾਅਦ ਉਸ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜਵਾਣਾ ਦੀ ਫਾਂਸੀ ਦਾ ਵਿਰੋਧ ਕੀਤਾ। ਫਾਂਸੀ ਤੋਂ 3 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਨੂੰ ਪਟੀਸ਼ਨ ਦਾਇਰ ਕੀਤੀ, ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਯਾਨੀ ਕਿ MHA ਨੇ ਫਾਂਸੀ ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਸਤੰਬਰ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਰਾਜਵਾਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦਾ ਪ੍ਰਸਤਾਵ ਲਿਖਿਆ ਸੀ, ਪਰ ਇਹ ਪ੍ਰਸਤਾਵ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਸਤੰਬਰ 2020 ਦੇ ਵਿੱਚ ਰਾਜਵਾਣਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਆਪਣੇ ਲੰਬੇ ਸਮੇਂ ਤੋਂ ਲੰਬਿਤ ਰਹਿਮ ਪਟੀਸ਼ਨ ਤੇ ਤੁਰੰਤ ਵਿਚਾਰ ਕਰਨ ਅਤੇ ਗ੍ਰਹਿ ਮੰਤਰਾਲੇ ਦੇ 2019 ਦੇ ਪ੍ਰਸਤਾਵ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਫਿਰ ਅਦਾਲਤ ਨੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਸਨੇ ਰਹਿਮ ਪਟੀਸ਼ਨ ਤੇ ਕਿਸੇ ਵੀ ਫੈਸਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਇਸ ਦੇ ਨਾਲ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਪੈਦਾ ਹੋਣ ਜਾਂ ਕਾਨੂੰਨ ਵਿਵਸਥਾ ਵਿਗੜਨ ਦੀ ਗੰਭੀਰ ਸੰਭਾਵਨਾ ਹੈ। 2023 ਦੇ ਵਿੱਚ ਸੁਪਰੀਮ ਕੋਰਟ ਨੇ ਰਾਜਵਾਣਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਦੇ ਨਾਲ ਉਸ ਦੀ ਕਿਸਮਤ ਕੇਂਦਰ ਸਰਕਾਰ ਤੇ ਛੱਡ ਦਿੱਤੀ ਗਈ ਅਤੇ ਬਹਿਰਾਲ ਹੁਣ ਰਾਜਵਾਣਾ ਦੀ ਇਸ ਪਟੀਸ਼ਨ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਜ਼ਾਵਾਂ ਦੇ ਮੁੱਦੇ ਨੂੰ ਗਰਮਾ ਦਿੱਤਾ ਹੈ ਤੇ ਐਸਜੀਪੀਸੀ ਨੇ ਅਕਾਲ ਤਖਤ ਸਾਹਿਬ ਨੂੰ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਤੇ ਅਜਿਹੇ ਦੇ ਵਿੱਚ ਅਕਾਲ ਤਖਤ ਸਾਹਿਬ ਕੀ ਫੈਸਲਾ ਲਵੇਗਾ ਉਸ ਤੇ ਵੀ ਸਭ ਦੀ ਨਜ਼ਰ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਹੁਣ ਵੇਲਾ ਹੋ ਗਿਆ 60 ਸੈਕਿੰਡ ਪੰਜਾਬ ਦਾ। 60 ਸੈਕਿੰਡ ਪੰਜਾਬ 'ਚ ਪਹਿਲੀ ਖਬਰ ਜਲੰਧਰ ਤੋਂ, ਜਿੱਥੇ ਪੁਲਿਸ ਅਤੇ ਬਦਮਾਸ਼ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਮੁਕਾਬਲੇ 'ਚ ਬਦਮਾਸ਼ ਜ਼ਖਮੀ ਹੋਇਆ ਤੇ ਪੁਲਿਸ ਮੁਤਾਬਿਕ ਜ਼ਖਮੀ ਹੋਏ ਬਦਮਾਸ਼ ਨੇ ਕੁਝ ਦਿਨ ਪਹਿਲਾਂ ਹੀ ਗੋਲੀਆਂ ਮਾਰ ਕੇ ਦੋਹਰਾ ਕਤਲ ਕੀਤਾ ਸੀ।
ਤਿਲਕ ਨਗਰ ਹੋਏ ਦੋਹਰੇ ਕਤਲकांड ਦੇ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਗੁੱਲੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮ ਨੂੰ ਫੜਨ ਦੇ ਲਈ ਨਾਕਾਬੰਦੀ ਕੀਤੀ ਸੀ। ਇਸ ਨਾਕੇ ਤੇ ਜਦੋਂ ਗੁੱਲੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਰੁਕਣ ਦੀ ਬਜਾਏ ਪੁਲਿਸ ਟੀਮ ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਮੁਲਜ਼ਮ ਜ਼ਖਮੀ ਹੋ ਗਿਆ ਤੇ ਉਸ ਨੂੰ ਮੌਕੇ ਤੇ ਦਬੋਚ ਲਿਆ ਗਿਆ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮ ਨੇ ਲਗਭਗ 1 ਮਹੀਨਾ ਪਹਿਲਾਂ 24 ਸਾਲਾਂ ਸਿਮਰਨਜੀਤ ਅਤੇ ਉਸਦੇ ਭਰਾ ਸੌਰਵ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਉਹਨਾਂ ਦੀ ਹਸਪਤਾਲ ਦੇ ਵਿੱਚ इलाज दौरान मौत हो गई थी। 2 व्यक्ति की गोली लगने से मौत हुई थी, सौरभ और सिमरनजीत। सौरभ को मारने आए थे, सौरभ को गोली लगने से उसकी डेथ हो गई, तो मौत हो गई थी। और सिमरनजीत जो अक्यूज पार्टी थी उसका वो भी उसकी मौके पर ही उसका भी मर्डर हो गया था। उस केस में जो शूटर था मेन, ये शुभम गुल्लू, ये भी बारू कैंप एरिया का रहने वाला है। ये उस दिन से भागा हुआ था। ਤਾਂ ਉਧਰ ਫਿਰੋਜ਼ਪੁਰ ਪੁਲਿਸ ਨੇ 2 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਦੋਹਾਂ ਕੋਲੋਂ ਪੁਲਿਸ ਨੂੰ 2 ਨਜਾਇਜ਼ ਪਿਸਟਲ ਬਰਾਮਦ ਹੋਏ ਨੇ। ਇਹਨਾਂ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਮੋਕਮ ਖਾਂ ਕਾਲਜ ਤੋਂ ਗ੍ਰਿਫਤਾਰ ਕੀਤਾ। ਥਾਣੇ ਦੇ ਵਿੱਚ ਮੂੰਹ ਟੱਕ ਕੇ ਖੜੇ ਇਹਨਾਂ ਦੋਹਾਂ ਮੁਲਜ਼ਮਾਂ ਦੇ ਕੋਲੋਂ ਪੁਲਿਸ ਨੇ ਹਥਿਆਰ ਬਰਾਮਦ ਕੀਤੇ ਨੇ। ਪੁਲਿਸ ਨੂੰ ਦੋਹਾਂ ਮੁਲਜ਼ਮਾਂ ਦੀ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਘੇਰ ਕੇ ਤਲਾਸ਼ੀ ਲਈ ਤਾਂ ਇਹਨਾਂ ਤੋਂ 2 ਪਿਸਤੌਲ ਮਿਲੇ। ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ 2 ਵਿਅਕਤੀ ਜਿਹੜੇ ਹੈਗੇ ਨੇ, ਅਜੇ ਕੁਮਾਰ ਤੇ ਬਲਵਿੰਦਰ ਸਿੰਘ ਜਿਹੜੇ ਹੈਗੇ ਨੇ, ਇੱਕ ਤਾਂ ਹਸਤੀ ਵਾਲਾ ਦੇ ਰਹਿਣ ਵਾਲਾ ਆਰਕੇ ਦਾ, ਦੂਸਰਾ ਬੱਗੇ ਕੇ ਪੀਪਲ ਇੱਥੋਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲ ਨਜਾਇਜ਼ ਵੈਪਨ ਹੈਗੇ ਨੇ। ਜਦੋਂ ਇਹਨਾਂ ਨੂੰ ਜਿਹੜਾ ਮੁਕਮ ਸਿੰਘ ਵਾਲਾ ਕਾਲਜ ਜਿਹੜਾ ਹੈਗਾ ਫਾਟਕ ਦੇ ਲਾਗੇ, ਇਹਨਾਂ ਨੂੰ ਜਦੋਂ ਕਾਬੂ ਕੀਤਾ ਤੇ ਇਹਨਾਂ ਕੋਲ ਇੱਕ ਨਜਾਇਜ਼ ਦੇਸੀ ਪਿਸਟਲ 30 ਬੋਰ ਸਮੇਤ 2 ਰੌਂਦ ਜਿੰਦਾ ਤੇ ਦੂਸਰੇ ਕੋਲ ਜਿਹੜਾ ਇੱਕ ਪਿਸਟਲ ਨਜਾਇਜ਼ 32 ਬੋਰ 2 ਰੌਂਦ ਜਿੰਦਾ ਬਰਾਮਦ ਹੋਏ ਨੇ। ਵਧੀਆ ਸਭ ਜਿਹੜਾ ਹੈਗਾ ਇਹ ਨਜਾਇਜ਼ ਜਿਹੜੇ ਹੈਗੇ ਸੀ ਦੋਵੇਂ ਵੈਪਨ ਜਿਹੜੇ ਇਹਨੇ ਪੁਲਿਸ ਨੇ ਬਰਾਮਦ ਕੀਤੇ ਨੇ। ਮੁਕੱਦਮਾ ਜਿਹੜਾ ਥਾਣਾ ਕੈਂਟ ਦੇ ਵਿੱਚ ਰਜਿਸਟਰ ਕੀਤਾ ਹੈ। ਬਾਕੀ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਿਸ ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਹ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਉਹਨਾਂ ਦਾ ਕੀ ਮਕਸਦ ਸੀ। ਤਾਂ ਉਧਰ ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਦੇ ਸਰਪੰਚ ਸਤਪਾਲ ਸਿੰਘ ਮਿੰਟਾ ਦਾ ਕਤਲ ਹੋ ਗਿਆ। ਸਰਪੰਚ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਜਿਸ ਨਾਲ ਉਸ ਦੀ ਮੌਤ ਹੋ ਗਈ। ਪਿੰਡ ਆਨੰਦਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ ਦਾ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਮੁਤਾਬਕ ਕੁਝ ਸਮਾਂ ਪਹਿਲਾਂ ਗੁਆਂਢੀ ਪਿੰਡ ਦੇ ਕੁਝ ਨੌਜਵਾਨਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਨੂੰ ਸਰਪੰਚ ਸਤਪਾਲ ਸਿੰਘ ਨੇ ਵਿੱਚ ਪੈ ਕੇ ਸੁਲਝਾਇਆ ਸੀ, ਜਿਸ ਦੀ ਰੰਜਿਸ਼ ਦੇ ਵਿੱਚ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਲੈ ਕੇ ਸਰਪੰਚ ਸਾਹਿਬ ਕਹਿੰਦੇ ਕੋਈ ਨਹੀਂ, ਚਲੋ ਇਹਨਾਂ ਨੂੰ ਇੱਕ ਵਾਰ ਸਮਝਾ ਦਿੰਦੇ ਆ। ਇੰਨੀ ਗੱਲ ਹੋਈ, ਅੱਜ ਪਤਾ ਨਹੀਂ ਸਰ ਕੀ ਹੋਇਆ। 5-7 ਦਿਨ 10 ਦਿਨ ਹੋ ਗਏ ਗੱਲਬਾਤ ਹੋਈ ਨੂੰ, ਅੱਜ ਪਤਾ ਨਹੀਂ ਕੀ ਹੋਇਆ ਕੀ ਨਹੀਂ। ਉਹ ਆਏ ਸਰ ਤੇਜ਼ਧਾਰ ਹਥਿਆਰ ਲੈ ਕੇ ਆਏ, ਆਲਟੋ ਗੱਡੀ ਲੈ ਕੇ ਆਏ ਆ। ਹੁਣ ਫੋਰਡ ਫਿਗੋ ਲੈ ਕੇ ਗੱਡੀ ਆਏ ਆ ਸਿੱਧੀ ਸਾਡੇ ਘਰ ਦੇ ਮੂਹਰੇ। ਚਾਚਾ ਜੀ ਸਾਡੇ ਘਰ ਦੇ ਮੂਹਰੇ ਸਾਡੇ ਖੜੀ ਸੀਗੀ ਗੱਡੀ ਆਪਣੀ। ਉਹ ਕਹਿੰਦੇ ਗੱਡੀ ਸਾਈਡ ਤੇ ਕਰ ਓਏ, ਸਰਪੰਚ ਸਾਹਿਬ ਨੂੰ ਕਹਿੰਦੇ ਚਾਚਾ ਜੀ ਸਾਡੇ ਸਰਪੰਚ ਆ ਤੇ ਉਹ ਕਹਿੰਦਾ ਜੀ ਓਕੇ ਜੀ ਕਰ ਦਿੰਦੇ ਆ। ਸਰ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਖਿੱਚ ਕੇ ਉਹਦੇ ਵਿੱਚ ਮਾਰੀ, ਉਹਨਾਂ ਦੇ 2 ਵਾਰੀ ਬੈਕ ਕਰਕੇ ਫਿਰ ਉੱਪਰ ਚਾੜੀ। ਉਸ ਤੋਂ ਬਾਅਦ ਫਿਰ ਖੰਡੇ ਕੱਢ ਕੇ ਤੇਜ਼ਧਾਰ ਹਥਿਆਰਾਂ ਨਾਲ ਜਦੋਂ ਪਤਾ ਲੱਗਾ ਵੀ ਨਹੀਂ ਹਲੇ ਜਿੰਦਾ ਫਿਰ ਦੁਬਾਰਾ ਮਾਰਨ ਲੱਗੇ ਸਰ। ਤਾਂ ਉਧਰ ਖੰਨਾ ਦੇ ਗੁਰੂ ਨਾਨਕ ਨਗਰ ਅਤੇ ਗੁਰੂ ਗੋਬਿੰਦ ਸਿੰਘ ਨਗਰ ਦਾ ਬਹੁਤ ਹੀ ਬੁਰਾ ਹਾਲ ਹੈ। ਦੋਹਾਂ ਕਲੋਨੀਆਂ ਦਾ ਸੀਵਰੇਜ ਸਿਸਟਮ ਫੇਲ ਹੋ ਗਿਆ ਅਤੇ ਗਲੀਆਂ 'ਚ ਗੋਡੇ-ਗੋਡੇ ਪਾਣੀ ਖੜਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਖੰਨਾ ਦੇ ਲੋਕਾਂ ਨੇ ਗਲੀਆਂ ਦੇ ਵਿੱਚ ਖੜੇ ਪਾਣੀ ਦੇ ਵਿੱਚ ਝੋਨਾ ਲਗਾ ਕੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦੀ ਜ਼ਿੰਦਗੀ ਨਰਕ ਤੋਂ ਬੱਤਰ ਹੈ। ਸੀਵਰੇਜ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਾ ਹੈ ਤੇ ਗਲੀਆਂ ਛੱਪੜ ਬਣ ਚੁੱਕੀਆਂ ਨੇ ਤੇ ਬਿਮਾਰੀਆਂ ਉਹਨਾਂ ਦੇ ਘਰਾਂ ਦੇ ਵਿੱਚ ਦਸਤਕ ਦੇ ਰਹੀਆਂ ਨੇ। 25 ਤਰੀਕ ਨੂੰ ਮੈਂ ਮੇਰੇ ਨਾਨਕ ਦਾ ਮੁੰਡਾ ਭਰਿਆ ਸੀ, ਉੱਥੋਂ ਸੰਸਕਾਰ ਕਰਾ ਕੇ ਆ ਰਹੀ ਸੀ ਪਿੱਛੇ 8 ਨੰਬਰ ਗਲੀ 'ਚ ਟੈਂਪੂ 'ਚੋਂ ਪੈਰ ਫਿਸਲ ਕੇ ਆ ਕੇ ਉਹਦੇ ਜਿਹੜਾ ਠੰਡੇ ਵਾਲਾ ਪੱਲੀ ਆ ਉਹਦੇ ਟੈਂਪੂ 'ਚ ਆ ਕੇ ਦਰਾਂ ਮੂਹਰੇ ਗਿਰਕੀ। ਮੈਂ ਐਦੋਂ ਉੱਤੇ ਜੀ ਸਾਡਾ ਹਾਲ ਕੀ ਮਾੜਾ ਹੋਊਗਾ। ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਟੈਂਕ ਵਾਲੇ ਵੀ ਕੀ ਕਰਨ ਵਿਚਾਰੇ, ਇੱਕ ਅੱਧਾ ਟੈਂਕ ਕੱਢ ਕੇ ਲੈ ਜਾਂਦੇ ਨੇ। ਉਹ ਵਿਚਾਰੇ ਕੀ ਕਰਨ ਜਦੋਂ ਕੋਈ ਹਾਲਾਤ ਨਹੀਂ ਸੁਧਾਰਦੇ ਕੋਈ। ਦੇਖੋ ਅਸਲ ਗੱਲ ਕੀ ਹੈ, ਇਸ ਪ੍ਰੋਬਲਮ ਨੂੰ ਅੱਜ ਤੱਕ ਕਿਸੇ ਨੇ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੇ ਕੋਲ ਜਿੰਨਾ ਵੀ ਆਪਣਾ ਮਸ਼ੀਨਰੀ ਹੈਗੀ ਹੈ ਉਹ ਸਾਰੀ ਅਸੀਂ ਕੰਮ ਤੇ ਲਾਈ ਹੋਈ ਹੈ। ਇਹਦੇ ਲਈ ਮੇਨ ਕੀ ਹੈ, ਡੀਸਿਲਟਿੰਗ ਕਰਵਾਉਣੀ ਪੈਣੀ ਹੈ ਇਹ ਸਾਰੇ ਏਰੀਏ। ਡੀਸਿਲਟਿੰਗ ਦੇ ਲਈ ਕੱਲ ਅਸੀਂ ਅੰਮ੍ਰਿਤਸਰ ਤੱਕ ਸੀਵਰੇਜ ਬੋਰਡ ਦੇ ਚੇਅਰਮੈਨ ਸਾਹਿਬ ਨੂੰ, ਆਪਣੇ ਮਾਨਯੋਗ ਮੰਤਰੀ ਸਾਹਿਬ ਧਰਮਜੀਤ ਸਿੰਘ ਸੋਹਣ ਜੀ ਦੇ ਬਲਕਿ ਉਹਨਾਂ ਨੂੰ ਵੀ ਅਸੀਂ ਕਿਹਾ।
ਤਾਂ ਉਧਰ ਕਪੂਰਥਲਾ ਦੇ ਥਾਣੇ ਦੇ ਬਾਹਰ ਕਿੰਨਰਾਂ ਦੇ ਦੋ ਗੁੱਟਾਂ 'ਚ ਝੜਪ ਹੋਈ ਹੈ। ਇਸ ਝੜਪ ਦੌਰਾਨ ਕਈ ਕਿੰਨਰ ਜ਼ਖਮੀ ਹੋਏ ਨੇ। ਖਬਰਾਂ ਦੀ ਮੰਨੀਏ ਤਾਂ ਦੋਹਾਂ ਗੁੱਟਾਂ 'ਚ ਇਲਾਕੇ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਥਾਣੇ ਦੇ ਬਾਹਰ ਕਿੰਨਰਾਂ ਦੇ ਦੋ ਗੁੱਟ ਵਿੱਚ ਝੜਪ ਹੋ ਗਈ ਹੈ। ਪਹਿਲਾਂ ਦੋਹਾਂ ਗੁੱਟਾਂ ਦੇ ਮੈਂਬਰਾਂ ਦੇ ਵਿੱਚ ਬਹਿਸ ਹੁੰਦੀ ਹੈ। ਇਸ ਤੋਂ ਬਾਅਦ ਮਾਮਲਾ ਹੱਥੋਂ-ਪਾਈ ਤੇ ਪਹੁੰਚ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਮਾਰ ਕੁਟਾਈ ਸ਼ੁਰੂ ਹੋ ਜਾਂਦੀ ਹੈ। ਕਿੰਨਰਾਂ ਦੀ ਝੜਪ ਦੇ ਵਿੱਚ ਕਈ ਕਿੰਨਰ ਜ਼ਖਮੀ ਹੋਏ ਨੇ। ਝਗੜੇ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਗੁੱਟਾਂ ਦੇ ਵਿੱਚ ਇਲਾਕੇ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਹ ਥਾਣੇ ਪਹੁੰਚੇ ਸਨ। ਇਸ ਤੋਂ ਪਹਿਲਾਂ ਮਾਮਲਾ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਜਾਂਦਾ, ਉਸ ਤੋਂ ਪਹਿਲਾਂ ਹੀ ਦੋਹਾਂ ਗੁੱਟਾਂ ਦੇ ਵਿੱਚ ਝੜਪ ਹੋ ਗਈ। ਮਾਮਲਾ ਇਹ ਕਿ ਕਿੰਨੂ ਹੈ ਸ਼ੇਰਗੜ੍ਹ ਦਾ ਮੁੰਡਾ ਵਾ, ਸਾਨੂੰ ਨਹੀਂ ਪਤਾ ਖੁਸਰਾ ਕੀ ਹੈ, ਕਿੰਨਾ ਆਪਣਾ ਬੱਸ ਸਟੈਂਡ ਮੰਗਦੇ ਆ, ਨਕਲਾਂ ਨੁਕਲਾਂ ਕਰਦੇ ਆ। ਇਹ ਮੇਰੇ ਚ ਲੈਂਦਾ ਮੇਰੀਆਂ ਵਧਾਈਆਂ, ਕਦੇ ਮੇਰੀਆਂ ਵਧਾਈਆਂ ਚੁੱਕ ਲੈਂਦਾ, ਕਦੇ ਮੇਰੇ ਝੂਠੀ ਐਪਲੀਕੇਸ਼ਨ ਦਿੰਦਾ ਵਾ ਤੇ ਕਦੇ ਮੇਰੀਆਂ ਵੀਡੀਓ ਕਢਾ ਦਿੰਦਾ ਵਾ ਤੇ ਮੇਰਾ ਇਹ ਨਾਲ ਕੋਈ ਤਾਲੁਕਾਤ ਨਹੀਂ, ਨਾ ਅਸੀਂ ਇਹਨੂੰ ਜਾਣਦੇ ਆ ਕੌਣ ਹੈ, ਕਿੱਥੋਂ ਰਹਿਣ ਵਾਲਾ ਵਾ। ਤਾਂ ਉਧਰ ਲੁਧਿਆਣਾ ਦੇ ਆਲਮਗੀਰ 'ਚ ਇੱਕ ਲੁਟੇਰੇ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਜਿਸ ਲੁਟੇਰੇ ਨੂੰ ਕੁੱਟਿਆ ਗਿਆ ਹੈ ਉਸਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਾਹ ਜਾਂਦੇ ਇੱਕ ਮੁੰਡੇ ਦਾ ਮੋਬਾਈਲ ਫੋਨ ਖੋਇਆ ਸੀ। ਲੋਕਾਂ ਦੇ ਹਜੂਮ ਨੇ ਉਸ ਲੁਟੇਰੇ ਨੂੰ ਨੰਗਾ ਕਰਕੇ ਖੰਭੇ ਦੇ ਨਾਲ ਬੰਨ੍ਹ ਦਿੱਤਾ, ਜਿਸ ਨੇ ਰਾਹਗੀਰ ਜਾਂਦੇ ਮੁੰਡੇ ਕੋਲੋਂ ਆਪਣਾ ਸਾਥੀਆਂ ਨਾਲ ਮਿਲ ਕੇ ਮੋਬਾਈਲ ਫੋਨ ਖੋਇਆ ਸੀ। ਇਸ ਲੁਟੇਰੇ ਦੇ ਸਾਥੀ ਤਾਂ ਮੌਕੇ ਤੋਂ ਫਰਾਰ ਹੋ ਗਏ, ਪਰ ਇਹ ਲੋਕਾਂ ਦੇ ਹੱਥੇ ਚੜ ਗਿਆ। ਹੁਣ ਲੋਕ ਇਸ ਲੁਟੇਰੇ ਤੇ ਗੁੱਸਾ ਕੱਢ ਰਹੇ ਨੇ, ਉਸ ਨੂੰ ਥੱਪੜ ਮਾਰ ਰਹੇ ਨੇ। ਹੋਰ ਫੜਿਆ ਗਿਆ ਜੀ ਆਲਮਗੀਰ ਮਲੇਰਕੋਟਲਾ ਰੋਡ ਦੇ ਉੱਤੇ। ਐਡਰੈਸ 2 ਘੰਟੇ ਤੋਂ ਆਪਣਾ ਐਡਰੈਸ ਹੀ ਨਹੀਂ ਦੱਸ ਰਿਹਾ। ਇਹਨੇ ਆਪਦਾ ਢਿੱਡ ਕੱਢ ਲਿਆ, ਨਿਕਲ ਗਿਆ। ਦੇਖੋ ਇਹ ਮਤਲਬ ਆਪਣਾ ਐਡਰੈਸ ਹੀ ਨਹੀਂ ਦੱਸ ਰਿਹਾ ਚੋਰ। ਸ਼ਾਰਪ ਮਾਈਂਡ, ਇਹ 2 ਜਾਣੇ ਸੀਗੇ, ਇੱਕ ਭੱਜ ਗਿਆ। 3-4 ਬੰਦੇ ਨੇ ਆ ਬਾਈਕ ਨਾਲ 3-4 ਬੰਦੇ ਨੇ। ਆਲਮਗੀਰ ਸਾਹਿਬ ਕੋਲ ਵੀ ਵਾਰਦਾਤ ਕੀਤੀ, ਕਹਿੰਦੇ ਗਲਤ ਗੱਲ ਹੈ ਯਾਰ। ਹੋਰ ਫੜਿਆ ਗਿਆ ਜੀ ਆਲਮਗੀਰ ਮਲੇਰਕੋਟਲਾ ਰੋਡ ਦੇ ਉੱਤੇ। ਐਡਰੈਸ ਲੋਕਾਂ ਦਾ ਕਹਿਣਾ ਹੈ ਕਿ ਇਹ ਲੁਟੇਰਾ ਆਪਣੇ ਇਲਾਕੇ ਦੇ ਵਿੱਚ ਕਾਫੀ ਸਰਗਰਮ ਹੈ ਅਤੇ ਹੁਣ ਤੱਕ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਤਾਂ ਉਧਰ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦੇ ਚੱਲਦੇ ਕਿਸਾਨਾਂ ਨੇ ਪੰਜਾਬ ਭਰ ਦੇ ਟੋਲ ਪਲਾਜ਼ਾ ਤੇ ਧਰਨਾ ਦਿੱਤਾ ਹੈ। ਇਹਨਾਂ ਧਰਨਿਆਂ ਮੌਕੇ ਕਿਸਾਨਾਂ ਨੇ ਸਾਰੇ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ। ਕਿਸਾਨਾਂ ਦੇ ਟੋਲ ਪਲਾਜ਼ਿਆਂ ਦੇ ਧਰਨੇ ਲਗਾਤਾਰ ਜਾਰੀ ਨੇ। ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮਝੌਤੇ ਦੇ ਨਾਲ ਦੇਸ਼ ਦਾ ਖੇਤੀ ਖੇਤਰ ਖਤਮ ਹੋ ਜਾਵੇਗਾ। ਐਸਕੇਐਮ ਦੀ ਜਿਹੜੀ ਪੰਜਾਬ ਦੀ ਕਾਲ ਸੀਗੀ, ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਸਮਝੌਤਾ ਭਾਰਤ ਜਿਹੜਾ ਸਮਝੌਤਾ ਅਮਰੀਕਾ ਨਾਲ ਕਰਨ ਜਾ ਰਿਹਾ, ਉਹਦੇ 'ਚ ਕਿਸਾਨਾਂ ਦਾ ਇੱਕ ਬਹੁਤ ਵੱਡਾ, ਕਿਸਾਨਾਂ ਦਾ, ਵਪਾਰੀਆਂ ਦਾ ਤੇ ਮਜ਼ਦੂਰਾਂ ਦਾ ਇੱਕ ਵੱਡਾ ਨੁਕਸਾਨ ਜੋ ਸਾਨੂੰ ਲੱਗਦਾ ਹੋ ਰਿਹਾ, ਕਿਉਂਕਿ ਉੱਧਰੋਂ ਸਮਾਨ ਜਿਹੜਾ ਸਸਤਾ ਆ ਜਾਊਗਾ ਉਹ ਜ਼ੀਰੋ ਟ੍ਰੇਡ ਐਗਰੀਮੈਂਟ ਤੇ ਜਿਹੜਾ ਆਊਗਾ, ਜ਼ੀਰੋ ਟੈਰਿਫ ਐਗਰੀਮੈਂਟ ਤੇ ਆ ਜਾਊਗਾ। ਸਾਡਾ ਜਿਹੜਾ 18 ਤੋਂ 25% ਦੇ ਜਾਊਗਾ, ਕਿਉਂਕਿ ਉਹਨਾਂ ਕੋਲ ਸਰਪਲਸ ਆ, ਮੱਕੀ ਸਰਪਲਸ ਆ, ਸੇਬ ਸਰਪਲਸ ਆ, ਹੋਰ ਬੜੀਆਂ ਫਸਲਾਂ, ਸੋਇਆਬੀਨ ਸਰਪਲਸ ਆ, ਤੇ ਇਸ ਤਰ੍ਹਾਂ ਕਣਕ ਵੀ ਉਹ ਸਮੁੰਦਰ 'ਚ ਸਿੱਟਦੇ ਆ, ਕਿਉਂਕਿ ਇੱਕ ਵੱਡੀਆਂ ਸਬਸਿਡੀਆਂ ਉਹਨਾਂ ਨੂੰ ਮਿਲਦੀਆਂ। ਤੇ ਇੱਕ ਜੈਨੇਟਿਕਲੀ ਮੋਡੀਫਾਈਡ ਜਿਹੜੇ ਉਹ ਨੇ ਉਹਨਾਂ ਦੇ ਆ, ਜਿਹੜੀ ਮੱਕੀ ਆ ਉਹ ਆਜੂ, ਜਿਹੜੀ ਖਾਣ ਲਈ ਸਾਡੇ ਡੰਗਰਾਂ ਨੂੰ ਵੀ ਲਾਹੇਵੰਦ ਨੇ, ਸਾਨੂੰ ਵੀ ਨਹੀਂ। ਉਹ ਕਹਿੰਦੇ ਫੀਡ 'ਚ ਪਾਵਾਂਗੇ। ਜਦ ਅਸੀਂ ਫੀਡ 'ਚ ਪਾਵਾਂਗੇ ਤਾਂ ਅਸੀਂ ਦੁੱਧ ਵੀ ਪੀਣਾ ਉਹੀ ਫੀਡ ਦਾ, ਉਹ ਸਾਨੂੰ ਬਿਮਾਰੀਆਂ ਲੈ ਕੇ ਆਊ। ਤਾਂ ਉਧਰ ਜਲਾਲਾਬਾਦ 'ਚ ਦੋ ਗੁਆਂਢੀਆਂ ਵਿਚਾਲੇ ਝੜਪ ਹੋਈ ਹੈ। ਝੜਪ ਦੌਰਾਨ ਗੋਲੀਆਂ ਵੀ ਚੱਲੀਆਂ ਨੇ। ਖਬਰਾਂ ਦੀ ਮੰਨੀਏ ਤਾਂ ਦੋਹਾਂ ਧਿਰਾਂ ਵਿਚਾਲੇ ਸਰਕਾਰੀ ਗਲੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੂਰ ਖੜ ਕੇ ਬਣਾਈ ਗਈ ਇਸ ਵੀਡੀਓ ਦੇ ਵਿੱਚ ਦੋ ਗੁਆਂਢੀ ਆਪਸ ਦੇ ਵਿੱਚ ਝਗੜਦੇ ਨਜ਼ਰ ਆ ਰਹੇ ਨੇ। ਦੋਹਾਂ ਧਿਰਾਂ ਵੱਲੋਂ ਇੱਟਾਂ ਰੋੜੇ ਚਲਾਏ ਜਾ ਰਹੇ ਨੇ। ਇੱਕ ਧਿਰ ਨੇ ਤਾਂ ਗੋਲੀਆਂ ਵੀ ਚਲਾ ਦਿੱਤੀਆਂ ਨੇ, ਜਿਸ ਦੇ ਨਿਸ਼ਾਨੇ ਕੰਧਾਂ ਤੇ ਸਾਫ਼ ਦਿਖਾਈ ਦੇ ਰਹੇ ਨੇ।
ਪਿੰਡ ਦੇ ਵਿੱਚ ਹੋਈ ਝੜਪ ਤੋਂ ਬਾਅਦ ਪੁਲਿਸ ਜਾਇਜ਼ਾ ਲੈਣ ਦੇ ਲਈ ਪਹੁੰਚੀ ਹੈ। ਦੋਵੇਂ ਧਿਰਾਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ। ਇੱਕ ਧਿਰ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਗੁਆਂਢੀ ਸਰਕਾਰੀ ਗਲੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਤੇ ਇਹ ਝਗੜਾ ਹੋਇਆ। ਬਹਰਾਲ ਬਿਗ ਬੁਲਟਨ ਚਾਹੀਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।